ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸਟ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਕਲਾਸ 9th ਦੇ ਸਾਇੰਸ ਦੇ ਵਿੱਚ ਆਉਣ ਵਾਲੇ ਇੰਪੋਰਟੈਂਟ ਨੂਮੈਰੀਕਲ ਦੇ ਵਿੱਚ ਹੀ ਸਟੂਡੈਂਟ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ। ਨੂਮੈਰੀਕਲ ਜਿਹੜੇ ਨੇ ਸਟੂਡੈਂਟ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੇ ਹੁੰਦੇ। ਮੈਨੂੰ ਸਟੂਡੈਂਟ ਦੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀ ਕਿ ਤੁਸੀਂ ਨੂਮੈਰੀਕਲ ਦੇ ਉੱਪਰ ਇੱਕ ਕੋਈ ਵੀਡੀਓ ਬਣਾ ਦਿਓ। ਸੋ ਇਸ ਕਰਕੇ ਮੈਂ ਤੁਹਾਡੇ ਲਈ ਇੰਪੋਰਟੈਂਟ ਜਿਹੜੇ ਨੂਮੈਰੀਕਲ ਨੇ ਬਿਲਕੁਲ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਸਮਝਾ ਦੇਣੇ ਮੈਂ। ਸੋ ਜਿਨ੍ਹਾਂ ਸਟੂਡੈਂਟ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਉਹਨਾਂ ਤੱਕ ਜਲਦੀ ਪਹੁੰਚ ਜਾਵੇ ਤੇ ਆਪਣੇ ਐਗਜ਼ਾਮ ਦੀ ਤਿਆਰੀ ਜਿਹੜੀ ਹੈ ਚੰਗੇ ਤਰੀਕੇ ਨਾਲ ਕਰ ਸਕਣ। ਤੇ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ। ਲਾਈਕ ਜਿਹੜੇ ਨੇ ਸਟੂਡੈਂਟ ਬਹੁਤ ਘੱਟ ਕਰਦੇ ਨੇ। ਇੰਨੀ ਮਿਹਨਤ ਹੋਣ ਦੇ ਬਾਵਜੂਦ ਵੀ ਤੁਸੀਂ ਜਿਹੜੀ ਇੱਕ ਲਾਈਕ ਨਹੀਂ ਦੱਬ ਸਕਦੇ ਕਿਸੇ ਟੀਚਰ ਦੇ ਲਈ। ਸੋ ਇਸ ਕਰਕੇ ਤੁਸੀਂ ਲਾਈਕ ਜਿਹੜਾ ਉਹ ਜ਼ਰੂਰ ਕਰਿਆ ਕਰੋ ਐਂਡ ਕਮੈਂਟ ਵੀ ਜ਼ਰੂਰ ਕਰਿਆ ਕਰੋ। ਬੇਸ਼ੱਕ ਤੁਸੀਂ ਥੈਂਕਸ ਲਿਖ ਕੇ ਸੈਂਡ ਕਰ ਦਿਓ ਪਰ ਤੁਸੀਂ ਕਮੈਂਟ ਜਿਹੜਾ ਜ਼ਰੂਰ ਕਰਿਆ ਕਰੋ। ਸੈਂਪਲ ਪੇਪਰ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਚਾਹੁੰਦਾ ਕਿ ਆਪਣੇ ਚੈਨਲ ਦੇ ਉੱਤੇ ਕਲਾਸ 9th ਦੇ ਲਈ Google Meet ਦੇ ਉੱਪਰ ਹਰ ਰੋਜ਼ ਜਿਹੜੀ ਹੈ 9th ਕਲਾਸ ਦੀ 6:45 PM ਸ਼ਾਮ ਨੂੰ 7:45 ਤੱਕ 1 ਘੰਟੇ ਦੀ ਜਿਹੜੀ ਹੈ ਮੈਥ ਦੀ ਪੇਡ ਜਿਹੜੀ ਹੈ ਲਾਈਵ ਕਲਾਸ ਜਿਹੜੀ ਹੈ ਲਈ ਜਾ ਰਹੀ ਹੈ Google Meet ਦੇ ਉੱਪਰ। 1 ਸਤੰਬਰ ਤੋਂ ਕਲਾਸਿਸ ਜਿਹੜੀਆਂ ਹੈ ਸਟਾਰਟ ਹੋ ਚੁੱਕੀਆਂ ਤੇ ਇਸ ਸਤੰਬਰ ਪੂਰੇ ਮੰਥ ਦੇ ਵਿੱਚ ਜੇ ਕੋਈ ਸਟੂਡੈਂਟ ਸਾਡੇ ਨਾਲ ਜੁੜਦਾ ਹੈ ਦੈਨ ਅਸੀਂ ਕਲਾਸ 9th ਦੇ ਲਈ ਬਹੁਤ ਹੀ ਨਾਰਮਲ ਜਿਹੜੀ ਹੈ ਫੀਸ ਰੱਖੀ ਆ ਉਹ 700 ਰੁਪਏ ਨੂੰ ਕੱਟ ਕੇ ਅਸੀਂ ਸਿਰਫ 349 ਜਿਹੜੀ ਹੈ ਰੁਪੀਸ ਜਿਹੜੀ ਹੈ ਫੀਸ ਰੱਖੀ ਆ ਜਿਹਦੇ ਵਿੱਚ ਤੁਹਾਨੂੰ ਮੈਥ ਦੀ ਜਿਹੜੀ ਆ ਫੁੱਲ ਜਿਹੜੀ ਆ ਤਿਆਰੀ ਕਰਾਈ ਜਾਊਗੀ। ਔਰ ਇਹ ਜਿਹੜੀ ਫੀਸ ਹੈ ਲਾਸਟ ਜਿਹੜੀ ਹੈ ਫਾਈਨਲ ਐਗਜ਼ਾਮ ਤੱਕ ਤੁਹਾਡੀ ਫੀਸ ਜਿਹੜੀ ਹੈ ਇਹੀ ਰਹੂਗੀ ਕਿ ਜੋ ਸਟੂਡੈਂਟ ਇਸ ਸਤੰਬਰ ਮੰਥ ਦੇ ਵਿੱਚ ਤੁਹਾਡੇ ਨਾਲ ਜੁਆਇਨ ਹੋ ਜਾਣਗੇ। ਸੋ ਜਿਹੜੇ ਵੀ ਸਟੂਡੈਂਟ ਮੇਰੇ ਤੋਂ Google Meet ਦੇ ਜਿਹੜੇ ਕਲਾਸ ਲੈਣਾ ਚਾਹੁੰਦੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ WhatsApp ਦਾ, ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਐਂਡ ਆਪਣੀ ਫੀਸ ਜਿਹੜੀ ਹੈ ਡਿਪੋਜ਼ਿਟ ਕਰਾ ਕੇ ਤੁਸੀਂ ਕਲਾਸ ਦੇ ਵਿੱਚ ਜੁਆਇਨ ਹੋ ਸਕਦੇ ਹੋ। ਫਸਟ ਇੰਪੋਰਟੈਂਟ ਹੈ ਜੀ ਆਪਣੇ ਕੋਲ ਅ ਟਰੱਕ ਸਟਾਰਟਸ ਫਰਮ ਰੈਸਟ ਐਂਡ ਰੋਲਸ ਡਾਊਨ ਅ ਹਿਲ ਵਿਦ ਅ ਕਨਸਟੈਂਟ ਐਕਸਲਰੇਸ਼ਨ ਇਟ ਟਰੈਵਲਸ ਅ ਡਿਸਟੈਂਸ ਆਫ 400 ਮੀਟਰ ਇਨ 20 ਸੈਕਿੰਡ। ਕਹਿੰਦਾ ਇੱਕ ਟਰੱਕ ਜਿਹੜਾ ਵਿਰਾਮ ਅਵਸਥਾ ਤੋਂ ਕਿਸੇ ਪਹਾੜੀ ਦੇ ਥੱਲੇ ਵੱਲ ਸਥਿਰ ਪ੍ਰਵੇਗ ਨਾਲ ਲੁੜਕਣਾ ਸ਼ੁਰੂ ਕਰਦਾ ਹੈ। ਇਹ 20 ਸਕਿੰਟ ਵਿੱਚ 400 ਮੀਟਰ ਦੀ ਦੂਰੀ ਤੈਅ ਕਰਦਾ ਹੈ। ਇਸ ਦਾ ਪ੍ਰਵੇਗ ਪਤਾ ਕਰੋ ਯਾਨੀ ਫਾਈਂਡ ਇਟਸ ਐਕਸਲਰੇਸ਼ਨ। ਜੇਕਰ ਇਸ ਦਾ ਪੁੰਜ 7 ਟਨ ਹੈ ਫਾਈਂਡ ਦਾ ਕਹਿੰਦਾ ਜੇਕਰ ਇਸ ਦਾ ਪੁੰਜ 7 ਟਨ ਹੈ ਤਾਂ ਇਸ ਤੇ ਲੱਗਣ ਵਾਲੇ ਬਲ ਦਾ ਪਤਾ ਕਰੋ। ਕਹਿੰਦੇ ਫਾਈਂਡ ਦਾ ਫੋਰਸ ਐਕਟਿੰਗ ਔਨ ਇਟ ਇਫ ਇਟਸ ਮਾਸ ਇਜ਼ 7 ਟਨ। ਹਿੰਟ ਕੇ ਦਿੱਤਾ 1 ਟਨ ਦੇ ਵਿੱਚ ਕਿੰਨੇ ਹੁੰਦੇ ਆ 1000 ਕਿਲੋਗ੍ਰਾਮ ਹੁੰਦੇ ਨੇ। ਸਭ ਤੋਂ ਪਹਿਲਾਂ ਲਿਖਾਂਗੇ ਤੇ S ਯਾਨੀ ਜਿੰਨੀ ਜਿਹੜੀ ਆ ਪੰਜਾਬੀ ਵਾਲੇ ਲਿਖ ਸਕਦੇ ਨੇ ਇੱਥੇ ਦੂਰੀ ਇਹ ਹੈਗੀ ਆਪਣੇ ਕੋਲ 400 मीटर 400 मीटर। नेक्स्ट समा यानी टी यानी टाइम 20 सेकंड। यू यानी पंजाबी वाले लिख सकते ने इत्थे आरंभक वेग ਇਹ ਹੈਗਾ ਜੀ ਆਪਣੇ ਕੋਲ 0 ਕਿਉਂਕਿ ਜਿਹੜਾ ਰੈਸਟ ਫਾਰਮ ਦੇ ਵਿੱਚ ਸਟਾਰਟ ਹੋਇਆ ਸੀ ਸੋ ਇਸ ਕਰਕੇ ਇਹਦਾ ਜਿਹੜੀ ਵੈਲੋਸਿਟੀ ਆ ਉਹ ਆਊਗੀ ਆਪਣੇ ਕੋਲ 0। ਨੈਕਸਟ ਸਿੰਪਲ ਇੱਥੇ ਫਿਰ s ਵਾਲਾ ਫਾਰਮੂਲਾ ਲਗਾਵਾਂਗੇ ਇੱਥੇ ut + 1/2 at ਸਕੁਅਰ। ਵੈਲਿਊ ਪੁੱਟ ਕਰ ਦੋ। s ਦੀ ਵੈਲਿਊ ਹੈਗੀ ਆਪਣੇ ਕੋਲ 400 = u ਦੀ ਵੈਲਿਊ ਹੈਗੀ ਆਪਣੇ ਕੋਲ 0 t ਦੀ ਵੈਲਿਊ ਹੈਗੀ 20 + 1/2 ਇਹ ਅਸੀਂ ਫਾਈਂਡ ਕਰਨਾ। t ਦੀ ਵੈਲਿਊ ਹੈਗੀ ਆਪਣੇ ਕੋਲ 20 ਇਹਦਾ ਸਕੁਅਰ ਹੋ ਗਿਆ ਦੈਨ 400 ਉਸੇ ਤਰੀਕੇ ਦੇ ਨਾਲ 20 0 ਦਾ 0 ਹੋ ਗਿਆ + 1/2 a ਮਲਟੀਪਲਾਈ 400 2 ਦੇ ਨਾਲ 400 ਦੀ ਕਟਿੰਗ ਹੋ ਗਈ ਆਪਣੇ ਕੋਲ ਆ ਗਿਆ 200। ਇਹ ਜਿਹੜਾ ਆਪਣੇ ਕੋਲ ਦੂਜੀ ਸਾਈਡ ਨੀਚੇ ਚਲੇ ਗਿਆ 400 ਦੇ ਨੀਚੇ ਆ ਗਿਆ ਆਪਣੇ ਕੋਲ 200 = a कटिंग करके ਜਿਹੜਾ ਆਪਣੇ ਕੋਲ ਆਨਸਰ ਆ ਗਿਆ 2 यानी a = 2 ਮੀਟਰ ਪਰ ਸੈਕਿੰਡ ਸਕੁਅਰ। ਨੈਕਸਟ ਅਸੀਂ ਕੱਢਣਾ ਹੈ ਫੋਰਸ ਯਾਨੀ ਬਲ। ਇਹਦਾ ਫਾਰਮੂਲਾ ਹੁੰਦਾ ਆਪਣੇ ਕੋਲ ਮਾਸ ਮਲਟੀਪਲਾਈ ਐਕਸਲਰੇਸ਼ਨ। ਮਾਸ ਯਾਨੀ ਮਤਲਬ ਕਿ ਭਾਰ ਜਿਹੜਾ ਹੈਗਾ ਆਪਣੇ ਕੋਲ ਕਿੰਨਾ ਕਿਹਾ ਸੀ ਉਹਨੇ 7 ਟਨ ਤੇ ਇਹ ਵੀ ਕਿਹਾ ਹੋਇਆ ਨਾਲ ਵੀ 1 ਟਨ ਦੇ ਵਿੱਚ ਕਿੰਨੇ ਹੁੰਦੇ 1000 ਕਿਲੋਗ੍ਰਾਮ ਯਾਨੀ ਇੱਥੇ ਅਸੀਂ ਲਿਖਾਂਗੇ ਅਸੀਂ 7000 ਮਲਟੀਪਲਾਈ a ਦੀ ਵੈਲਿਊ ਆਈ ਸੀ ਆਪਣੇ ਕੋਲ 2 ਸੋ ਟੋਟਲ ਹੋ ਗਿਆ ਆਪਣੇ ਕੋਲ 14000 ਨਿਊਟਨ। ਇਹ ਸਾਡਾ ਹੋ ਗਿਆ फाइनल आंसर। नेक्स्ट है जी अपने को a stone of 1 kilogram is thrown with the velocity of 20 meter second across the frozen surface। कहता है किलोग्राम ਦੇ ਪੁੰਜ ਦੇ ਇੱਕ ਪੱਥਰ ਨੂੰ 20 ਮੀਟਰ ਪਰ ਸੈਕਿੰਡ ਦੇ ਵੇਗ ਦੇ ਨਾਲ ਜੰਮੀ ਹੋਈ ਝੀਲ ਦੀ ਸਤ੍ਹਾ ਤੇ ਸੁੱਟਿਆ ਜਾਂਦਾ ਹੈ and comes to rest after traveling a distance of 50 meter। ਕਹਿੰਦਾ ਪੱਥਰ 50 ਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਰੁਕ ਜਾਂਦਾ ਹੈ। what is the force of friction between the stone and the ice। ਪੱਥਰ ਤੇ ਬਰਫ਼ ਦੇ ਵਿੱਚ ਲੱਗਣ ਵਾਲੇ ਰਗੜ ਬਲ ਦਾ ਪਤਾ ਕਰੋ। ਸਭ ਤੋਂ ਪਹਿਲਾਂ ਇੱਥੇ ਲਿਖ ਲਾਂਗੇ ਪੁੰਜ। ਸਭ ਤੋਂ ਪਹਿਲਾਂ ਲਿਖਾਂਗੇ ਇੱਥੇ ਦੇਖੋ ਪੁੰਜ ਯਾਨੀ ਮਾਸ, ਆਰੰਭੀ ਵੇਗ ਯਾਨੀ u, ਅੰਤਿਮ ਵੇਗ v ਯਾਨੀ ਵੈਲੋਸਿਟੀ,
दूरी मीनस एस 50 मीटर, रगड़ बल मीनस फोर्स, ये ਅਸੀਂ पता करना। रगड़ बल पता ਕਰਨ ਲਈ ਪਹਿਲਾਂ ਅਸੀਂ ਕੀ पता करना है, प्रवेग पता करांगे, यानी फ्रिक्शन पता ਕਰਨ ਲਈ ਪਹਿਲਾਂ ਅਸੀਂ ਕਰਾਂਗੇ एक्सलरेशन। ਉਹਦੇ ਲਈ ਲਗਾਵਾਂਗੇ ਫਾਰਮੂਲਾ v² - u² = 2as। ਇਹਦੀ ਵੈਲਿਊ ਪੜ ਦਾਂਗੇ, v ਦੀ ਆਪਣੇ ਕੋਲ 0 ਆ, u ਦੀ ਵੈਲਿਊ 20 ਦਾ ਸਕੁਅਰ, 2as ਦੀ ਵੈਲਿਊ ਆਪਣੇ ਕੋਲ ਹੈਗੀ ਹੈ 50, 20 ਦਾ ਸਕੁਅਰ ਹੋ ਗਿਆ ਆਪਣੇ ਕੋਲ 400, 50 ਨੂੰ 2 ਨਾਲ ਕੀਤਾ ਆਪਣੇ ਕੋਲ ਆ ਗਿਆ ਇੱਥੇ 100a, ਦੈਨ 100 ਜਿਹੜਾ ਇਹਦੇ 400 ਦੇ ਨੀਚੇ ਚਲੇ ਗਿਆ, कटिंग करके अपने को आंसर आ गया -4 मीटर पर सेकंड स्क्वायर। सो देयरफॉर फ्रिक्शन ਦਾ ਫਾਰਮੂਲਾ ਹੁੰਦਾ ਕੋਲ ma ਜਾਂ ਆਪਾਂ ਲਿਖ ਸਕਦੇ ਹਾਂ ਇੱਥੇ m × a, ਨਾਲ ਤੇ ਵੈਲਿਊ ਭਰ ਦੋ 1 × -4। ਸੋ ਆਨਸਰ ਆ ਜਾਊਗਾ ਸਾਡੇ ਕੋਲ -4n। ਨੈਕਸਟ ਹੈ ਜੀ ਆਪਣੇ ਕੋਲ ਐਨ ਆਟੋਮੋਬਾਈਲ ਵਹੀਕਲ हैज अ मास ऑफ 1500 किलोग्राम। कहते एक गड्डी का भार जिहड़ा 1500 किलोग्राम है। वट मस्ट बी द फोर्स बिटवीन द व्हीकल एंड रोड if the vehicle is to be stopped with the negative acceleration of 1.7 मीटर पर सेकंड स्क्वायर। कहते गड्डी नूं 1.7 मीटर पर सेकंड स्क्वायर के ऋणात्मक प्रवेग के नाल विराम अवस्था विच लियाउंदा गड्डी अते सड़क विच लगण वाला रगड़ बल कितना होवेगा। सो दा पहला मास यानी पुंज कितना अपने कोल 1500 किलोग्राम, 1500 किलोग्राम, प्रवेग यानी एक्सेलरेशन कितना अपने कोल -1.7 मीटर पर सेकंड स्क्वायर, बल यानी फोर्स दा फार्मूला हुंदा अपना × a। सो इनू मल्टीप्लाई कर दांगे, आंसर आ जाऊगा अपने कोल -2550 न्यूटन। नेक्स्ट है जी अपने को व्हाट इज द मोमेंटम ऑफ एन ऑब्जेक्ट ऑफ मास m मूविंग विद द वेलोसिटी। कहना किसी m पुंज वाली वस्तु जिसका वेग v है दा संवेग कितना होवेगा। सो राइट आंसर है जी अपने को ऑप्शन नंबर डी mv। नेक्स्ट है जी अपने को टू ऑब्जेक्ट ईच ऑफ मास 1.5 किलोग्राम आर मूविंग इन द सेम स्ट्रेट लाइन बट इन ऑपोजिट डायरेक्शन। कहते दो वस्तुआं हरेक दा पुंज 1.5 किलोग्राम है, एक ही सीधी रेखा दे विच एक दूजे दे उल्ट दिशा विच गति कर रही हैं। फर्ज करो एक लाइन है या एक सड़क है, ये फर्ज करो एक मतलब कि गड्डी है, ये दूजी है, ये दोनों जड़ियां मतलब कि ओपोजिट डायरेक्शन दे विच ये चल रही हैं। द वेलोसिटी ऑफ ईच ऑब्जेक्ट इज 2.5 मीटर पर सेकंड बिफोर द कोलिजन ड्यूरिंग विच दे स्टिक टुगेदर। कहने टकराउण तो पहला हरेक दा वेग 2.5 मीटर पर सेकंड है, यानी ना पहला जिहड़ा हैगा 2.5 मीटर पर सेकंड, दोनों का ही सेम है। वट विल बी द वेलोसिटी ऑफ द कंबाइंड ऑब्जेक्ट आफ्टर कोलिजन। कहते टकराउण तो बाद ये दोनों एक दूजे नाल जुड़ जांदियां हन, ਤਾਂ ਇਹਨਾਂ ਵਸਤੂਆਂ ਦਾ ਟਕਰਾਉਣ ਤੋਂ ਬਾਅਦ ਜੁੜ ਜਾਣ ਤੇ ਕਿੰਨਾ ਵੇਗ ਹੋਵੇਗਾ। ਇੱਥੇ ਕਹਿੰਦੇ ਜਦੋਂ ਮਤਲਬ ਕਿ ਟਕਰਾ ਜਾਂਦੇ ਉਹਦਾ ਮਤਲਬ ਕੀ ਹੋਇਆ ਵੀ ਦੋਨੋਂ ਜਿਹੜੇ ਇਸ ਤਰੀਕੇ ਦੇ ਨਾਲ ਇਹ ਟਕਰਾ ਜਾਂਦੇ ਨੇ। ਫਿਰ ਦੇਖੋ ਜਿਹੜਾ ਇਹਦਾ ਮਾਸ ਹੈ ਉਹ ਦੱਸਿਆ ਹੋਇਆ ਸਾਨੂੰ 1.5 ਕਿਲੋਗ੍ਰਾਮ ਈਚ ਦਾ, ਯਾਨੀ ਇੱਕ ਦਾ। ਤਾਂ ਟੋਟਲ ਆਪਣੇ ਜਦੋਂ ਟਕਰਾ ਗਏ ਤਾਂ ਫਿਰ ਇਕੱਠੇ ਹੋ ਗਏ ਤਾਂ ਫਿਰ ਕੀ ਹੋ ਗਿਆ ਆਪਣੇ ਕੋਲ ਇਹ ਕਿੰਨਾ ਹੋ ਜਾਊਗਾ ਆਪਣੇ ਕੋਲ 3 ਕਿਲੋਗ੍ਰਾਮ। ਇੱਥੇ ਅਸੀਂ ਲਿਖ ਦਾਂਗੇ ਫਿਰ 1.5 ਮਲਟੀਪਲਾਈ 2.5 ਮਾਈਨਸ ਕਿਉਂ ਹੈ ਕਿਉਂਕਿ ਆਪੋਜ਼ਿਟ ਡਾਇਰੈਕਸ਼ਨ 'ਚ ਜਾ ਰਿਹਾ ਹੈ। 2.5 ਮਲਟੀਪਲਾਈ 1.5 ਇਜ਼ ਇਕੁਅਲ ਟੂ 3 ਮਲਟੀਪਲਾਈ v। ਇਹ ਆਪਣੇ ਕੋਲ ਇੱਥੇ ਖਤਮ ਹੋ ਜਾਣਗੇ। ਆਪਣੇ ਕੋਲ ਬਚ ਗਿਆ ਇੱਥੇ 3v ਇਜ਼ ਇਕੁਅਲ ਟੂ 0। ਸੋ v ਇਜ਼ ਇਕੁਅਲ ਟੂ 0। ਇਹਦਾ ਮਤਲਬ ਕੀ ਹੋਇਆ ਕਿ ਆਫਟਰ ਜਿਹੜਾ ਕੋਲਿਜਨ ਹੈ ਟਕਰਾਉਣ ਤੋਂ ਬਾਅਦ ਜਿਹੜੇ ਹੈਗੇ ਦੋਨੋਂ ਇਹ ਰੈਸਟ ਮੋਡ ਦੇ ਵਿੱਚ ਆ ਜਾਣਗੇ। ਨੈਕਸਟ ਇੰਪੋਰਟੈਂਟ ਆਪਣੇ ਕੋਲ ਹਾਕੀ ਬਾਲ ਆਫ ਮਾਸ 200 ਗ੍ਰਾਮ ਟਰੈਵਲਿੰਗ ਐਟ 10 ਮੀਟਰ ਪਰ ਸੈਕਿੰਡ is struck by a hockey stick। कहना एक हाकी दी गेंद जिसका पुंज 200 ग्राम है 10 मीटर पर सेकंड ਦੇ ਵੇਗ ਨਾਲ ਸਿੱਧੀ ਰੇਖਾ ਵਿੱਚ ਚੱਲਦਿਆਂ ਹੋਇਆ 5 ਕਿਲੋਗ੍ਰਾਮ ਪੁੰਜ ਵਾਲੀ ਲੱਕੜੀ ਦੀ ਹਾਕੀ ਦੀ ਛੜ ਨਾਲ ਟਕਰਾਉਂਦੀ ਹੈ। ਕੈਲਕੂਲੇਟ ਦਾ ਚੇਂਜ ਆਫ ਮੋਮੈਂਟਮ occurred in the motion of the hockey ball by the force applied by the hockey stick। ਕਹਿੰਦੇ ਤੇ 5 ਮੀਟਰ ਪਰ ਸੈਕਿੰਡ ਦੇ ਵੇਗ ਨਾਲ ਆਪਣੇ ਅਸਲੀ ਮਾਰਗ ਤੇ ਵਾਪਸ ਆ ਜਾਂਦੀ ਹੈ। ਹਾਕੀ ਦੀ ਛੜ ਦੁਆਰਾ ਬਲ ਲਗਾਉਣ ਕਾਰਨ ਹਾਕੀ ਦੀ ਗੇਂਦ ਦੀ ਗਤੀ ਵਿੱਚ ਸੰਵੇਗ ਵਿੱਚ ਪਰਿਵਰਤਨ ਦੀ ਦਰ ਪਤਾ ਕਰੋ। ਸੋਲਵ ਕਰਨ ਲਈ ਪਹਿਲਾਂ ਅਸੀਂ ਲਿਖਾਂਗੇ ਦੇਖੋ ਇੱਥੇ ਮਾਸ ਯਾਨੀ ਭਾਰ ਪੁੰਜ 200 ਗ੍ਰਾਮ, ਇਹਨੂੰ ਅਸੀਂ ਇਹਨੇ ਕਰਤਾ ਕਨਵਰਟ ਜਿਹੜਾ ਹੈਗਾ 0.2 ਕਿਲੋਗ੍ਰਾਮ, ਯਾਨੀ ਜੇ ਅਸੀਂ 1 ਗ੍ਰਾਮ ਨੂੰ ਕਿਲੋਗ੍ਰਾਮ ਦੇ ਵਿੱਚ ਕਨਵਰਟ ਕਰਨਾ ਹੋਵੇ ਤਾਂ ਅਸੀਂ ਲਿਖਾਂਗੇ 1/1000 किलोग्राम। तो इतने सीगा अपने को 200 अपॉन 1000, 0 ਨਾਲ 0 ਕੱਟ ਗਈ, ਇੱਥੇ 0 ਨਾਲ 0 ਕੱਟ ਗਈ, ਆਪਣੇ ਕੋਲ ਨੀਚੇ ਬਚੀ ਆਪਣੇ ਕੋਲ 1 0। तो ਇੱਥੇ 1 ਛੱਡ ਕੇ ਜਿਹੜਾ ਪੁਆਇੰਟ ਲੱਗ ਜਾਊਗਾ 0.2 ਬਣ ਜਾਊਗਾ। ਸੋ ਨੈਕਸਟ ਆਪਣੇ ਕੋਲ ਆਰੰਭਿਕ ਵੇਗ ਯਾਨੀ ਇਨੀਸ਼ੀਅਲ ਵੈਲੋਸਿਟੀ
10 मीटर पर सेकंड। अंतिम वेग यानी फाइनल वेलोसिटी -5 मीटर पर सेकंड। संवेग विच परिवर्तन चेंज ऑफ मोमेंटम आरंभिक संवेग विचों माइनस कर देना अंतिम संवेग, इनिशियल मोमेंटम दे विचों माइनस कर देना सी फाइनल मोमेंटम। सो इत्थे फार्मूला लगा के जिहड़ी वैल्यू पुट करके इहदा आंसर आ जाऊगा अपने कोल 3 किलोग्राम। ਇਹਦੇ ਵਿੱਚ ਇੱਥੇ ਕੀ ਕੀਤਾ ਹੋਇਆ mu minus mv, m ਜਿਹੜਾ ਇੱਥੇ ਕਾਮਨ ਲਿਆ ਹੋਇਆ, ਉਸ ਤੋਂ ਬਾਅਦ u minus v ਲਿਖ ਕੇ ਉਹਦੀ ਵੈਲਿਊ ਜਿਹੜੀ ਹੈ ਪਾਈ ਹੋਈ ਹੈ ਇੱਥੇ। ਨੈਕਸਟ ਹੈ ਜੀ ਇੰਪੋਰਟੈਂਟ ਆਪਣੇ ਕੋਲ an object of mass 100 kilogram is accelerated uniformly from a velocity of 5 meter per second to 8 meter per second in calculate 6 the initial and final momentum of the object. Also find the magnitude of the force exerted on the object. ਕਹਿੰਦਾ 100 ਕਿਲੋਗ੍ਰਾਮ ਪੁੰਜ ਵਾਲੀ ਇੱਕ ਵਸਤੂ 6 ਸਕਿੰਟਾਂ ਵਿੱਚ 5 ਮੀਟਰ ਪਰ ਸੈਕਿੰਡ ਤੋਂ 8 ਮੀਟਰ ਪਰ ਸੈਕਿੰਡ ਦੇ ਵੇਗ ਨਾਲ ਚੱਲਦੇ ਹੋਏ ਇੱਕ ਸਮਾਨ ਪ੍ਰਵੇਗਿਕ ਹੁੰਦੀ ਹੈ। ਵਸਤੂ ਦਾ ਪਹਿਲਾ ਅਤੇ ਅੰਤਮ ਸੰਵੇਗ ਪਤਾ ਕਰੋ। ਵਸਤੂ ਤੇ ਲੱਗੇ ਬਲ ਦਾ ਮਾਨ ਵੀ ਪਤਾ ਕਰੋ। ਸੋ ਪਹਿਲਾਂ ਲਿਖ ਦੇਣਾ ਅਸੀਂ ਮਾਸ 100 ਕਿਲੋਗ੍ਰਾਮ, ਆਰੰਭਿਕ ਵੇਗ ਯਾਨੀ ਇਨੀਸ਼ੀਅਲ ਵੈਲੋਸਿਟੀ u 5 मीटर पर सेकंड, अंतिम वेग यानी फाइनल वेलोसिटी 8 मीटर पर सेकंड, समा यानी टाइम 6 सेकंड, आरंभिक वेग ਜਿਹੜਾ ਹੈਗਾ mu यानी 100 ਨੂੰ 5 ਨਾਲ ਮਲਟੀਪਲਾਈ ਕਰਕੇ ਆਪਣੇ ਕੋਲ ਬਣ ਜਾਊਗਾ 500 ਕਿਲੋਗ੍ਰਾਮ ਪਰ ਸੈਕਿੰਡ। ਨੈਕਸਟ ਇਸੇ ਤਰੀਕੇ ਨਾਲ ਅੰਤਿਮ ਵੇਗ m ਮਲਟੀਪਲਾਈ v 100 ਮਲਟੀਪਲਾਈ 8 ਕਰਕੇ ਆਪਣੇ ਕੋਲ ਬਣ ਜਾਊਗਾ 800 ਕਿਲੋਗ੍ਰਾਮ ਮੀਟਰ ਪਰ ਸੈਕਿੰਡ। ਨੈਕਸਟ ਹੈ ਜੀ ਆਪਣੇ ਕੋਲ ਹਾਊ ਮਚ ਮੋਮੈਂਟਮ ਵਿਲ ਅ ਡੰਪ ਬੈਲ ਆਫ ਮਾਸ 10 ਕਿਲੋਗ੍ਰਾਮ ਟ੍ਰਾਂਸਫਰ ਟੂ ਦਾ ਫਲੋਰ ਇਫ ਇਟਸ ਫਾਲਸ ਫਰਮ ਅ ਹਾਈਟ ਆਫ 8 ਸੈਂਟੀਮੀਟਰ। ਕਹਿੰਦਾ 10 ਕਿਲੋਗ੍ਰਾਮ ਪੁੰਜ ਵਾਲੀ ਇੱਕ ਘੰਟੀ ਫਰਸ਼ ਨੂੰ ਕਿੰਨਾ ਸੰਵੇਗ ਸਥਾਨਾਂਤਰਿਤ ਕਰੇਗੀ ਜਦੋਂ ਇਹ 80 ਸੈਂਟੀਮੀਟਰ ਦੀ ਉਚਾਈ ਤੋਂ ਹੇਠਾਂ ਵੱਲ ਨੂੰ ਡਿੱਗਦੀ ਹੈ। Take its downward acceleration to be 10 meter second square। ਕਹਿੰਦਾ ਇਸ ਦਾ ਹੇਠਾਂ ਵੱਲ ਡਿੱਗਦਿਆਂ ਹੋਇਆ ਪ੍ਰਵੇਗ ਦਾ ਮਾਨ 10 ਮੀਟਰ ਪਰ ਸੈਕਿੰਡ ਲੈ ਲਓ। ਸੋ ਇੱਥੇ ਲਿਖ ਦੇਣਾ ਸੀ ਸੰਵੇਗ ਯਾਨੀ mv, मोमेंटम क्वेश्चन मार्क, आरंभिक वेग यानी इनिशियल वेलोसिटी 0, पुंज यानी मास भार 10 किलोग्राम, ऊंचाई यानी दूरी हाइट 8 सेंटीमीटर, एनु मीटर विच कन्वर्ट करता 0.8 मीटर हो गया। पर वेग यानी एक्सेलरेशन हैगा अपने कोल 10 मीटर पर सेकंड स्क्वायर। नेक्स्ट वी नो v स्क्वायर माइनस u स्क्वायर इज इक्वल टू 2as। ਇਹਦੀ ਵੈਲਿਊ ਪੁੱਟ ਕਰ ਦੋ, ਆਨਸਰ ਆ ਜਾਊਗਾ ਆਪਣੇ ਕੋਲ 4 मीटर पर सेकंड। फिर फाइनल ਦੇ ਵਿੱਚ ਕੱਢ ਦੇਣਾ ਇਹ ਸੰਵੇਗ m ਮਲਟੀਪਲਾਈ v 10 ਮਲਟੀਪਲਾਈ 4 ਕਰਕੇ ਆ ਜਾਊਗਾ ਆਪਣੇ ਕੋਲ 40 ਕਿਲੋਗ੍ਰਾਮ per second। Next important question ਆਪਣੇ ਕੋਲ racing car has a uniform acceleration of 4 meter per second square। What distance will it cover in 10 second after start। ਕਹਿੰਦੇ ਕਿ ਰੇਸਿੰਗ ਕਾਰ ਦਾ ਜਿਹੜਾ ਸਮਾਨ ਜਿਹੜੀ ਹੈ ਪ੍ਰਵੇਗ ਜਿਹੜਾ 4 ਮੀਟਰ ਪਰ ਸੈਕਿੰਡ ਸਕੁਅਰ ਹੈ ਤੇ ਗਤੀ ਸ਼ੁਰੂ ਕਰਨ ਦੇ 3 ਸੈਕਿੰਡ ਤੋਂ ਬਾਅਦ ਜਿਹੜਾ ਉਸ ਦਾ ਵੇਗ ਹੈ ਜਾਂ ਜਿਹੜਾ ਡਿਸਟੈਂਸ ਹੈ ਉਹ ਕਿੰਨਾ ਹੋਊਗਾ। ਐਸਲਰੇਸ਼ਨ a ਮੰਨ ਕੇ ਅਸੀਂ ਲਿਖ ਲੈਣਾ ਤੇ 4 ਮੀਟਰ ਪਰ ਸੈਕਿੰਡ ਸਕੁਅਰ। ਇਨੀਸ਼ੀਅਲ ਸਪੀਡ ਜਿਹੜੀ ਹੈ u ਯਾਨੀ 0, ਡਿਸਟੈਂਸ ਕਵਰਡ ਅਸੀਂ ਫਾਈਂਡ ਆਊਟ ਕਰਨਾ ਹੈ। We know that s ਦਾ ਜਿਹੜਾ ਫਾਰਮੂਲਾ ਹੈ ut plus 1.280 square। ਇਸ ਫਾਰਮੂਲੇ ਦੇ ਵਿੱਚ ਅਸੀਂ ਪੁੱਟ ਕਰ ਦੇਣਾ, ਪੁੱਟ ਕਰਕੇ ਸਾਡੇ ਕੋਲ ਵੈਲਿਊ ਆ ਜਾਊਗੀ 200 ਮੀਟਰ। ਤਾਂ ਜਿਨ੍ਹਾਂ ਸਟੂਡੈਂਟ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਉਹਨਾਂ ਤੱਕ ਜਲਦੀ ਪਹੁੰਚ ਜਾਵੇ ਤੇ ਆਪਣਾ ਐਗਜ਼ਾਮ ਦੀ ਤਿਆਰੀ ਜਿਹੜੀ ਹੈ ਚੰਗੇ ਤਰੀਕੇ ਨਾਲ ਕਰ ਸਕਣ। ਸੋ ਜੁੜੇ ਰਹੋ ਜੀ ਵਿਜੈ ਟਿਊਟੋਰੀਅਲ ਦੇ ਨਾਲ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।